ਤੁਸੀਂ ਦੇਖ ਰਹੇ ਹੋ रुक जाओ मैनू छिक आउण लगी। इदा करो 2 छिक्का मार दो फिर प्रोग्राम शुरू कर दिया मैं। छिक ना उदा मैं सच्ची दसा बहम का मैनू पता नहीं लॉजिक ये है जे छिक रोक दूंगे ना तो नाड़ियां नूड़ियां फट जानियां दिमाग दियां। पिछले दिन खबर भी आई सी एक मुंडा हॉस्पिटलाइज्ड हो गया उन्हें छिक रोकी सी। हुण ये ना क्योंकि 2 बारी जुत्तियां झाड़ लो तो प्रोग्राम शुरू कर लो। काली बिल्ली राह कटे ना माड़ा हुंदा कहंदे। काली बिल्ली राह कटे चंगा हुंदा। यार इदा नहीं है काली बिल्ली राह कटे माड़ा हुंदा। काली बिल्ली चंगी हुंदी आ। अपने इंडियन देख लो ते अंग्रेज देख लो वो तो 24 घंटे बिल्लियां दे नाल ही सोंदे रहंदे आ। ਤੇ ਅਸੀਂ ਇੰਡੀਅਨ ਜਿਹੜੇ ਆ ਬਿੱਲੀ ਲੰਘ ਵੀ ਜਾਵੇ ਆਪ ਦੌੜ ਜਾਈਦਾ ਤੇ ਉਹਨਾਂ ਦੇ ਘਰਾਂ 'ਚ 24 ਘੰਟੇ ਬਿੱਲੀਆਂ ਦੌੜੀ ਫਿਰਦੀਆਂ। ਸਾਰੇ ਬਹਿਮ ਸਾਡੇ ਹੁੰਦੇ ਛਿੱਕਾਂ ਤੇ ਤਾਂ ਬਿੱਲੀਆਂ ਦੇ। ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਮਨੀ ਪਲਾਂਟ ਨੂੰ ਉੱਪਰਲੇ ਪਾਸੇ ਲਟਕਾਉਣਾ ਚਾਹੀਦਾ ਕਿ ਨੀਚੇ ਮਤਲਬ ਬੇਲਾਂ ਦੀ ਲਟਕਾਉਣੀਆਂ ਚਾਹੀਦੀਆਂ। ਪਤਾ ਨਹੀਂ ਕੋਈ ਕਹਿੰਦਾ ਉੱਪਰ ਨੂੰ ਲਟਕਾਓਗੇ ਤਾਂ ਪੈਸੇ ਆਉਣਗੇ ਕੋਈ ਕਹਿੰਦਾ ਨੀਚੇ ਨੂੰ ਲਟਕਾਓਗੇ ਤਾਂ ਪੈਸੇ ਆਉਗੇ। ਮੈਨੂੰ ਤਾਂ ਇੰਨਾ ਪਤਾ ਹੈ ਮਨੀ ਪਲਾਂਟ ਲਗਾਓਗੇ ਪੋਜ਼ਿਟਿਵਿਟੀ ਰਹੂਗੀ। ਹੁਣ ਤੁਸੀਂ ਦੋਨੋਂ ਪਾਸੇ ਨੂੰ ਖਿਲਾਰ ਕੇ ਦੇਖ ਲਓ ਜਿੱਧਰ ਪੈਸੇ ਆ ਗਏ ਉੱਧਰ ਰੱਖ ਲਿਓ। ਹੁਣ ਅਸੀਂ ਗੱਲਾਂ ਨੂੰ ਕੰਟੀਨਿਊ ਰੱਖੀ ਜਾਈਏ ਤੁਹਾਨੂੰ ਛਿੱਕ ਤਾਂ ਨਹੀਂ ਆ ਰਹੀ? ਬਿੱਲੀ ਨਰਾਂ ਕੱਢ ਜਾ ਛਿੱਕਦਾ ਕੋਈ ਨਹੀਂ। ਕਿਹੜੀ ਵਾਲੀ ਬਿੱਲੀ? ਬਲੈਕ ਵਾਲੀ ਵਾਈਟ ਵਾਲੀ ਨਹੀਂ ਨਹੀਂ ਬਲੈਕ ਵਾਲੀ। ਸੁਰਭੀ ਮੈਨੂੰ ਅੱਜ ਤੱਕ ਇਹ ਨਹੀਂ ਸਮਝ ਆਇਆ ਮੋਰ ਦੇ ਖੰਭ ਨਾਲ ਕਿਹੜੀ ਪੜ੍ਹਾਈ ਆ ਜਾਂਦੀ ਕਿਹੜੀ ਅਸੀਂ ਡਾਕਟਰੇਟ ਦੀ ਡਿਗਰੀ ਕਰ ਲਈ ਉਹਨਾਂ ਨੂੰ ਰੱਖ ਕੇ। ਉੱਲੂ ਵਿਚਾਰੇ ਨੂੰ ਤਾਂ ਦਿਨੇ ਆਪ ਨਹੀਂ ਦਿਖਦਾ ਉਹਨੂੰ ਦਿਨੇ ਦੇਖ ਕੇ ਸਾਡਾ ਕੀ ਨੁਕਸਾਨ ਹੋ ਜਾਣਾ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸ। ਰੁਕੋ ਮੈਨੂੰ ਛਿੱਕ ਆਉਣ ਲੱਗੀ ਸੀਗੀ। ਓਹੋ ਹੁਣ ਤਾਂ ਤੁਹਾਨੂੰ ਥੋੜਾ ਵੇਟ ਕਰਨਾ ਪੈਣਾ ਹੈ। ਹਾਂ ਜੁੱਤੀ ਝਾੜ ਲਈਏ ਜਲਦੀ ਕਰੋ ਫਿਰ ਹੈਨਾ। ਵੈਸੇ ਇੱਕ ਹੋਰ ਚੈੱਕ ਮਾਰ ਦੋ ਫਿਰ ਨਾ ਉਹਦਾ ਪ੍ਰੋਗਰਾਮ ਸ਼ੁਰੂ ਹੋ ਸਕਦਾ। ਮੇਰੀ ਪਹਿਲੀ ਵੀ ਰੁਕ ਗਈ ਚਲੋ ਕਰ ਲਓ ਸ਼ੁਰੂ। ਨਹੀਂ ਪੱਕਾ ਆ ਤਾਂ ਨਹੀਂ ਰਹੀ ਨਾ? ਨਹੀਂ ਮੈਂ ਫੇਰ ਪ੍ਰੋਗਰਾਮ ਸ਼ੁਰੂ ਕਰੋ। ਸਾਰੇ ਦਰਸ਼ਕਾਂ ਨੂੰ ਹੁਣ ਦੁਬਾਰਾ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਹਾਜ਼ਰ ਜਵਾਬ ਤੇ ਮੈਂ ਸੁਰਭੀ ਤੁਹਾਡੇ ਨਾਲ ਤੇ ਮੇਰੇ ਨਾਲ ਨੇ ਬਰੁਣ ਕੌਰ ਮਾਨ ਜੀ। ਤੇ ਪ੍ਰੋਗਰਾਮ ਹਾਜ਼ਰ ਜਵਾਬ ਦੇ ਵਿੱਚ ਅੱਜ ਹਾਜ਼ਰ ਕੀ ਹੋਈ ਮੈਨੂੰ ਤਾਂ ਛਿੱਕ ਸ਼ੁਰੂ ਹੋਣ ਲੱਗੀ ਸੀ ਮੈਂ ਤਾਂ ਡਰ ਗਈ। ਸ਼ੁਕਰ ਕਰੋ ਤੁਸੀਂ ਮਾਰੀ ਨਹੀਂ ਤਾਂ ਸਾਰਾ ਪ੍ਰੋਗਰਾਮ ਖਰਾਬ ਜਾਣਾ ਸੀਗਾ। ਦੇਖੋ ਇਹ ਨਾ ਕੁਦਰਤੀ ਤੌਰ ਤੇ ਰੁਕ ਗਈ ਨਹੀਂ ਤਾਂ ਮੈਂ ਕਦੇ ਛਿੱਕ ਨਹੀਂ ਰੋਕਦੀ। ਪਿੱਛੇ ਜੇ ਮੈਂ ਨਿਊਜ਼ ਪੜ੍ਹੀ ਸੀ ਇੱਕ ਲੜਕੇ ਨੇ ਛਿੱਕ ਰੋਕਣ ਦੀ ਕੋਸ਼ਿਸ਼ ਕੀਤੀ ਉਹਦੀਆਂ ਦਿਮਾਗ ਦੀਆਂ ਨਸਾਂ ਫਟ ਗਈਆਂ ਖਰੇ ਸਿਰ ਦੀਆਂ ਫਟ ਗਈਆਂ ਕਿਤੇ ਉਹ ਫਟੀਆਂ ਸੀ ਹੁਣ ਮੈਂ ਭੁੱਲ ਗਈਆਂ। ਪਰ ਫਿਰ ਡਾਕਟਰਸ ਹੈਰਾਨ ਸੀਗੇ ਕਿ ਬਚਾ ਕਿੰਨਾ ਹੋ ਗਿਆ। ਕਹਿੰਦੇ ਛਿੱਕ ਦੀ ਸਪੀਡ ਇੰਨੀ ਹੁੰਦੀ ਹੈ ਕਿ ਜੇ ਤੁਸੀਂ ਰੋਕ ਲਓ ਤੁਹਾਡਾ ਨੁਕਸਾਨ ਬੜਾ ਹੋ ਸਕਦਾ ਹੈ। ਉਹਦੇ ਨਾਲ ਜਿਵੇਂ ਤੁਸੀਂ ਕਿਹਾ ਦਿਮਾਗ ਦੀ ਨਸਾਂ ਬਹੁਤ ਸਾਰਾ ਨੁਕਸਾਨ ਹੁੰਦਾ ਔਰ ਕਹਿੰਦੇ ਕਿ ਕਦੀ ਵੀ ਛਿੱਕ ਨੂੰ ਇਦਾਂ ਰੋਕਣਾ ਹੱਥ 'ਚ ਹੈਂਕੀ ਰੱਖ ਲੈਂਦੇ ਕੁਛ ਰੱਖ ਲੈਂਦੇ ਨਾ ਉਸ ਤਰੀਕੇ ਨਾਲ ਵੀ ਨਹੀਂ ਕਰਨਾ ਚਾਹੀਦਾ ਖੋਲ ਕੇ ਮਾਰਨੀ ਚਾਹੀਦੀ ਹੈ। ਪਰ ਤੁਹਾਨੂੰ ਪਤਾ ਆਪਾਂ ਵਹਿਮ ਚੱਕਰਾਂ 'ਚ ਥੋੜੇ ਪਏ ਹੋਏ ਆ ਨਾ ਕੋਈ ਵੀ ਚੰਗਾ ਕੰਮ ਦੀ ਆਪਾਂ ਸ਼ੁਰੂਆਤ ਨਹੀਂ ਕਰ ਸਕਦੇ ਅਗਰ ਛਿੱਕ ਆ ਜਾਵੇ ਤਾਂ। ਮੈਂ ਕਿਹਾ ਪ੍ਰੋਗਰਾਮ ਚੰਗਾ ਹੋਵੇ। ਮੈਂ ਤੁਹਾਨੂੰ ਦੱਸਦੀ ਗੱਲ ਮੈਨੂੰ ਤੇਜ਼ ਗੱਲ ਯਾਦ ਆ ਗਈ। ਇੱਕ ਵਾਰੀ ਏਦਾਂ ਹੀ ਮੈਨੂੰ ਛਿੱਕ ਆਈ ਅਸੀਂ ਕਿਤੇ ਜਾਣਾ ਸੀ ਤੜਕੇ ਨੂੰ ਹੁੰਦਾ ਨਾ ਕਿ ਚਲੋ ਸੱਜਰੇ ਸਵੇਰ ਸਾਜਰੇ ਤੁਸੀਂ ਤੁਰਨਾ ਤੇ ਛਿੱਕ ਨਹੀਂ ਮਾਰਨੀ। ਮੈਂ ਛਿੱਕ ਰੋਕ ਲਈ ਕਿੰਨੀ ਦੇਰ ਮੇਰੀ ਬੈਕ ਤੇ ਜਿਹੜੀ ਨਰਵ ਆ ਉਹ ਚੜ ਗਈ। ਅੱਛਾ ਇੰਨੀ ਜ਼ਿਆਦਾ ਕਿ ਮੇਰੇ ਤੋਂ ਆਪਣੀ ਬੋਡੀ ਵੀ ਨਾ ਹਿੱਲੇ। ਸੋ ਇਹ ਬਹੁਤ ਵੱਡਾ ਰਿਸਕ ਆ। ਬਹਿਮ ਦਾ ਕੋਈ ਨਹੀਂ ਜੁੱਤੀ ਝਾੜ ਲਾਂਗੇ। ਦੋ ਕਈ ਲੋਕ ਸੂਰਜ ਵੱਲ ਦੇਖ ਕੇ ਵੀ ਛਿੱਕਾ ਮਾਰ ਦਿੰਦੇ ਦੋ ਕਰਨ ਵੱਲ ਦੇਖ ਕੇ ਵੀ ਛਿੱਕ ਵੱਜ ਜਾਂਦੀ ਹੈ। ਹਾਸਾ ਉਦੋਂ ਹੀ ਆਉਂਦਾ ਜਦੋਂ ਆਉਂਦੀ ਛਿੱਕ ਬਿਲਕੁਲ ਆਉਂਦੀ ਰੁਕ ਜਾਏ ਜਿਵੇਂ ਤੁਹਾਡੀ ਰੁਕੀ ਸੀ ਸਟਾਰਟਿੰਗ ਦੇ ਵਿੱਚ। ਬਟ ਇਹ ਬਹੁਤ ਸਹੀ ਗੱਲ ਤੁਸੀਂ ਕਹੀ ਕਿ ਛਿੱਕ ਕਦੀ ਨਹੀਂ ਰੋਕਣੀ ਚਾਹੀਦੀ। ਅਗਰ ਆ ਜਾਏ ਤੇ ਤੁਸੀਂ ਛਿੱਕ ਮਾਰ ਲਓ। ਅਗਰ ਕਿਤੇ ਚੰਗਾ ਕੰਮ ਕਰ ਰਹੇ ਇੱਕ ਹੋਰ ਛਿੱਕ ਮਾਰ ਲਓ। ਕਹਿੰਦੇ ਕਿ 2 ਛਿੱਕ ਆ ਜਾਵੇ ਤਾਂ ਕੋਈ ਗੱਲ ਨਹੀਂ ਬਹੁਤ ਚੰਗੀ ਗੱਲ ਹੁੰਦੀ ਆ। ਤੁਸੀਂ ਵੀ ਮੰਨਦੇ ਹੋ ਇਹ ਚੀਜ਼ਾਂ ਨੂੰ ਕਿ ਹਾਂ ਵੀ 2 ਛਿੱਕਾ ਆ ਜਾਣ 1 ਛਿੱਕਾ ਆ ਜਾਣ? ਦੇਖੋ ਜੰਮੇ ਪਲੇ ਇਦਾਂ ਦੇ ਥਾਵਾਂ ਤੇ ਅਸੀਂ ਪੰਜਾਬੀਆਂ 'ਚ ਪਲੇ ਆ। ਪੰਜਾਬੀਆਂ ਨੇ ਤਾਂ ਪਹਿਲਾਂ ਹੀ ਕਹਿਣਾ ਹੁੰਦਾ ਹਾਂ ਇਹਨੇ ਛਿੱਕ ਮਾਰਤੀ ਆ। ਇਹਦੀਆਂ ਛਿੱਕਾਂ ਹੀ ਨਹੀਂ ਸੂਤ ਆਉਂਦੀਆਂ ਫਿਰ ਕੀ ਕਹਿ ਦੋਗੇ ਨਹੀਂ ਮੈਨੂੰ ਤਾਂ ਜ਼ੁਕਾਮ ਹੋਇਆ ਆ। ਪਰ ਤੁਹਾਨੂੰ ਪਤਾ ਹੈ ਵੀ ਆਪਣੇ ਮਾਈਂਡ ਜਿਹੜਾ ਜਦੋਂ ਪੋਜ਼ਿਟਿਵ ਤੇ ਨੈਗੇਟਿਵ ਸੰਦੇਸ਼ ਦਿੰਦਾ ਨਾ ਕਿਸੇ ਚੀਜ਼ ਨੂੰ ਉਹ ਚੀਜ਼ ਉਵੇਂ ਹੀ ਹੁੰਦੀ ਆ। ਮੈਂ ਕਈ ਲੋਕਾਂ ਦੇ ਨਾਲ ਮਿਲੀਆਂ ਜਿਹੜੇ ਲਾਅ ਆਫ ਅਟਰੈਕਸ਼ਨ ਤੇ ਕੰਮ ਕਰਦੇ ਰਹੇ ਜਾਂ ਜਿਹੜੇ ਇਹਨਾਂ ਚੀਜ਼ਾਂ ਨੂੰ ਮੰਨਦੇ ਆ। ਜੇ ਤੁਸੀਂ ਛਿੱਕ ਆਈ ਤੇ ਸੋਚੋਗੇ ਹੁਣ ਕੁਝ ਮਾੜਾ ਹੋਣਾ ਫਿਰ ਮਾੜਾ ਹੋਏਗਾ। ਜੇ ਤੁਸੀਂ ਛਿੱਕ ਆਈ ਤੇ ਸੋਚ ਲਓਗੇ ਨਾ ਕਿ ਕੋਈ ਮਤਲਬ ਨਹੀਂ ਹੋਇਆ ਛਿੱਕ ਵੱਜ ਗਈ ਇੱਕ ਨੈਚੁਰਲ ਪ੍ਰੋਸੈਸ ਆ। ਸੋ ਤੁਸੀਂ ਸਾਰਾ ਕੁਝ ਪੋਜ਼ਿਟਿਵ ਹੋਣਾ। ਇਹ ਛਿੱਕ ਬਹੁਤ ਵਧੀਆ ਮੇਰੇ ਲਈ। ਤੁਸੀਂ ਦੇਖਿਓ ਛਿੱਕ ਕਦੇ ਨੁਕਸਾਨ ਨਹੀਂ ਕਰੂਗੀ ਕਦੇ ਨਹੀਂ ਕਰਦੀ। ਹੁਣ ਮੈਂ ਗੱਲ ਬਰੁਣ ਜੀ ਫੇਰ ਸ਼ੁਰੂ ਕਰਨ ਲੱਗੀ ਆ ਤੇ ਛਿੱਕ ਨਾ ਮਾਰ ਦਿਓ। ਛਿੱਕ ਨਹੀਂ ਮਾਰਦੀ ਬਿੱਲੀ ਨਾ ਲੰਘ ਜੇ। ਅੱਛਾ ਸਭ ਤੋਂ ਵੱਡਾ ਵਹਿਮ ਆ ਵੀ ਬਹੁਤ ਆ ਕਿ ਹਾਏ ਬਿੱਲੀ ਲੰਘ ਗਈ ਹੁਣ ਤਾਂ ਕੋਈ ਨਾ ਕੋਈ ਨੁਕਸਾਨ ਹੋ ਜਾਏਗਾ। ਹੁਣ ਤਾਂ ਬੜੇ ਚੰਗੇ ਕੰਮ ਚੱਲੇ ਸੀ ਆਪਾਂ ਹੁਣ ਅਸੀਂ ਕੀ ਕਰੀਏ। ਮੈਂ ਲਾਈਵ ਐਗਜ਼ਾਮਪਲ ਦੇਖੀ ਹੈ ਕਿ ਮੈਂ ਇੱਕ ਵਾਰੀ ਆਪਣੀ ਛੱਤ ਤੇ ਖੜੀ ਸੀ ਘਰ ਦੀ ਔਰ ਨਾ ਸਾਡੇ ਘਰ ਦੇ ਬਾਹਰ ਹੀ ਬਿੱਲੀ ਇੱਕ ਰਸਤਾ ਕੱਟ ਗਈ। ਉੱਧਰੋਂ ਕਾਰ ਆ ਰਹੀ ਸੀ ਔਰ ਕਾਰ ਵਾਲਾ 2 ਮਿੰਟ ਉੱਥੇ ਹੀ ਖੜਾ ਰਿਹਾ। ਪਤਾ ਨਹੀਂ ਕੀ ਸੋਚ ਰਿਹਾ ਸੀ। ਪਿੱਛੋਂ ਇੱਕ ਬਾਈਕ ਆਈ ਬਾਈਕ ਵਾਲੇ ਨਹੀਂ ਪਤਾ ਸੀ ਬਿੱਲੀ ਲੰਘ ਕੇ ਗਈ
ਔਰ ਉਹ ਨਾ ਲੰਘ ਗਿਆ ਫਟਾਫਟ। ਉਸ ਤੋਂ ਬਾਅਦ ਕਾਰ ਵਾਲਾ ਚੱਲਿਆ, ਕਿਉਂਕਿ ਆ ਵੀ ਕਿਹਾ ਜਾਂਦਾ ਕਿ ਅਸੀਂ ਨਹੀਂ ਲੰਘਣਾ, ਜੇ ਉਸ ਤੋਂ ਪਹਿਲਾਂ ਕੋਈ ਲੰਘ ਜਾਵੇ ਤੇ ਅਸੀਂ ਲੰਘ ਜਾਵਾਂਗੇ। ਔਰ ਇੱਕ ਬਿੱਲੀ ਨੇ ਇੰਨੇ ਲੋਕਾਂ ਦਾ ਰਸਤਾ ਰੋਕ ਲਿਆ ਨਾ, ਕਈਆਂ ਨੂੰ ਨਹੀਂ ਵੀ ਪਤਾ ਸੀ, ਹੁਣ ਜਿਨ੍ਹਾਂ ਨੂੰ ਪਤਾ ਸੀ ਬਿੱਲੀ ਲੰਘ ਕੇ ਗਈ ਹੈ ਉਹ ਸਾਰੇ ਰੁਕੇ ਰਹੇ, ਔਰ ਕਈਆਂ ਨੇ ਰਸਤਾ ਹੀ ਮੋੜ ਲਿਆ। ਦੇਖੋ ਬਿੱਲੀ ਨੁਕਸਾਨ ਉਹਨਾਂ ਦਾ ਹੀ ਕਰਦੀ ਜਿਨ੍ਹਾਂ ਨੂੰ ਪਤਾ ਹੋਵੇ ਬਿੱਲੀ ਲੰਘੀ ਸੀ। ਹੁਣ ਦਿਹਾੜੀ 'ਚ 20 ਵਾਰੀ ਤਾਂ ਬਿੱਲੀ ਲੰਘਦੀ ਆ, ਕੀ ਪਤਾ ਕਦੋਂ। ਪਰ ਤੁਹਾਨੂੰ ਪਤਾ ਇੱਕ ਚੀਜ਼ ਹੋਰ ਮੰਨੀ ਜਾਂਦੀ ਹੈ, ਕਈ ਕਹਿੰਦੇ ਨੇ, ਮੈਨੂੰ ਨਹੀਂ ਪਤਾ ਕਿੱਧਰ ਨੂੰ ਵਧੀਆ ਹੁੰਦੀ ਕਿੱਧਰ ਨੂੰ ਘਟੀਆ ਹੁੰਦੀ ਹੈ। ਕੋਈ ਕਹਿੰਦੇ ਜੇ ਸੱਜੇ ਨੂੰ ਕੱਟੇ ਤਾਂ ਚੰਗੀ ਹੁੰਦੀ ਆ, ਖੱਬੇ ਨੂੰ ਕੱਟੇ ਤਾਂ ਮਾੜੀ ਹੁੰਦੀ ਆ। ਮੈਂ ਤਾਂ ਇਦਾਂ ਦੇ ਸ਼ਖਸ ਨੂੰ ਵੀ ਮਿਲੀ ਹੋਈ ਆ ਜਿਹੜੇ ਕਿਸੇ ਐਸਟੀਡੀ ਤੇ ਅੱਗੇ, ਬੜੀ ਮੈਨੂੰ ਯਾਦ ਹੈ, ਬੜੀ ਛੋਟੀ ਸੀ ਔਰ ਬੜੀ ਪੁਰਾਣੀ ਗੱਲ ਹੈ ਇਹ, ਕਿਤੇ ਜਾ ਰਹੇ ਸੀਗੇ ਤੇ ਕਿਸੇ ਨੇ ਕੋਈ ਬਹੁਤ ਜ਼ਰੂਰੀ ਫੋਨ ਕਰਨਾ ਸੀਗਾ, ਬਿੱਲੀ ਰਾਹ ਕੱਟ ਗਈ, ਉਹਨਾਂ ਨੇ ਪਹਿਲਾਂ ਜੁੱਤੀ ਝਾੜੀ ਫਿਰ ਐਸਟੀਡੀ ਨੂੰ ਗਏ। ਕਹਿੰਦੇ ਮੈਂ ਇੰਨਾ ਵੱਡਾ ਆਫਿਸ ਦਾ ਆਪਣਾ ਕੰਮ ਕਰਨਾ ਆ, ਮੇਰੀ ਐਡੀ ਵੱਡੀ ਓਪਰਚੁਨਿਟੀ ਆ, ਪਹਿਲਾਂ ਹੀ ਛਿੱਕ ਪੈ ਗਈ। ਉਹ ਛਿੱਕ ਨਹੀਂ ਸੱਚ, ਬਿੱਲੀ ਲੰਘ ਗਈ। ਉਹੀ ਨਾ, ਅਸੀਂ ਬਹੁਤ ਵੱਡੇ ਵਹਿਮ ਚ, ਅਗਰ ਅਸੀਂ ਬਹੁਤ ਜ਼ਿਆਦਾ ਚੰਗਾ ਕੰਮ ਕਰਨਾ ਫਿਰ ਅਸੀਂ ਸੋਚਦੇ ਨਹੀਂ ਆਪਾਂ ਵੇਟ ਹੀ ਕਰ ਲੈਂਦੇ ਹਾਂ ਨਾ, ਜਾਂ ਫਿਰ ਜੁੱਤੀ ਝਾੜ ਲੈਂਦੇ, ਕੀ ਪਤਾ ਨੁਕਸਾਨ ਨਾ ਹੀ ਹੋਵੇ ਸਾਡਾ। ਇੱਕ ਰਿਪੀਟ ਆ ਨਾ, ਇੱਕ ਤਰੀਕੇ ਦਾ ਬਹੁਤ ਗਹਿਰਾ ਜਿਹਾ ਸਾਡੇ ਦਿਲ ਦੇ ਉੱਤੇ ਕੋਈ ਗੱਲ ਬੈਠ ਜਾਂਦੀ, ਇਸ ਤਰੀਕੇ ਦਾ ਵਹਿਮ ਬੈਠ ਗਿਆ ਹੋਇਆ। ਕਈ ਵਾਰ ਮੈਨੂੰ ਵੀ ਹੋ ਜਾਂਦਾ। ਇੱਕ ਵਾਰੀ ਮੈਂ ਵੀ ਜਾ ਰਹੀ ਸੀ ਤੇ ਇੱਕ ਬਿੱਲੀ ਰਸਤਾ ਕੱਟ ਗਈ ਸੀ, ਫਿਰ ਮੈਂ ਮਨ 'ਚ ਬਹੁਤ ਸੋਚਿਆ ਕਿ ਹੁਣ ਮੈਂ ਲੰਘਾਂ ਜਾਂ ਨਾ ਲੰਘਾਂ, ਫਿਰ ਮੈਂ ਲੰਘ ਗਈ। ਮੈਂ ਕਿਹਾ ਜਾ ਕੇ ਤਾਂ ਦੇਖਾ ਹੁੰਦਾ ਕੀ ਹੈ। ਬਟ ਸੱਚ ਦੱਸਾਂ ਤੇ ਕੁਛ ਨਹੀਂ ਹੋਇਆ, ਕੋਈ ਮਾੜਾ ਨਹੀਂ ਹੋਇਆ, ਕੋਈ ਦਿਨ ਨਹੀਂ ਮਾੜਾ ਗਿਆ। ਕੁਝ ਵਿਚਾਰੀ ਬਿੱਲੀ ਤਾਂ ਆਪਣੇ ਰਸਤੇ ਜਾ ਰਹੀ ਸੀ ਔਰ ਮੈਂ ਆਪਣੇ ਰਸਤੇ ਚੱਲ ਗਈ ਆਰਾਮ ਦੇ ਨਾਲ। ਉਹੀ ਨਾ, ਤੁਸੀਂ ਜੋ ਪਹਿਲਾਂ ਗੱਲ ਕਹੀ ਸੀ ਕਿ ਸਾਡੀ ਸੋਚ ਤੇ ਡਿਪੈਂਡ ਕਰਦਾ ਹੈ ਨਾ। ਜੋ ਮੈਂ ਸੋਚਿਆ ਪੋਜ਼ਿਟਿਵ ਕਿ ਨਹੀਂ ਕੁਛ ਨਹੀਂ, ਚੰਗਾ ਹੋਏਗਾ ਚੰਗਾ ਹੋਏਗਾ, ਤੇ ਓਬਵੀਅਸ ਹੈ ਕਿ ਸਾਰਾ ਦਿਨ ਮੇਰਾ ਚੰਗਾ ਹੀ ਗਿਆ, ਕੋਈ ਮਾੜਾ ਨਹੀਂ ਹੋਇਆ। ਉਸ ਤੋਂ ਬਾਅਦ ਮੇਰਾ ਵਹਿਮ ਟੁੱਟਿਆ ਸੀ। ਬਿੱਲੀ ਦਾ ਇਹ ਵੀ ਹੈ ਨਾ ਕਿ ਬਿੱਲੀ ਸਾਡੇ ਇੰਡੀਅਨਸ ਦਾ ਹੀ ਗੱਲ ਹੀ ਨੁਕਸਾਨ ਕਰਦੀ ਆ। ਫੋਰਨਰਸ ਤਾਂ ਇੰਨੀਆਂ ਬਿੱਲੀਆਂ ਰੱਖਦੇ ਤਾਂ ਸਾਰਾ ਦਿਨ ਘਰ 'ਚ ਉਹਨਾਂ ਦੇ ਰਾਹ ਕੱਟਦੀਆਂ ਰਹਿੰਦੀਆਂ। ਉਹ ਤਾਂ ਬਿਲਕੁਲ ਉਹਨਾਂ ਦੇ ਤਾਂ ਨਹੀਂ ਮੇਰੇ ਹਿਸਾਬ ਨਾਲ ਜੁੱਤੀ ਝਾੜਦੇ ਹੋਣੇ। ਸਹੀ ਕਿਹਾ, ਬਿੱਲੀ ਲੰਘ ਗਈ ਤੇ ਜੁੱਤੀ ਝਾੜੋ, ਬਿੱਲੀ ਲੰਘ ਗਈ ਤੇ ਰੱਖਦੇ ਨਾਲ ਆਪਣੇ ਨਾਲ ਸੌਂਦੇ ਨਾਲ। ਉਹ ਸਾਨੂੰ ਕਹਿ ਦਿੰਦੇ ਕਈ ਵਾਰ ਸਵੇਰੇ ਸਵੇਰੇ ਬਿੱਲੀ ਦਾ ਮੂੰਹ ਦੇਖ ਲਿਆ, ਹਾਏ ਕੁਛ ਦੇਖ ਲਿਆ। ਪਰ ਇਹ ਵੀ ਵਹਿਮ ਬਹੁਤ ਵੱਡੇ ਪਾਲੇ ਹੋਏ। ਕਹਿੰਦੇ ਕਾਲੀ ਬਿੱਲੀ ਚੰਗੀ ਹੁੰਦੀ ਆ। ਰੰਗਾਂ 'ਚ ਵੀ ਅਸੀਂ ਬਿੱਲੀਆਂ ਵੰਡੀਆਂ ਹੋਈਆਂ ਕਿ ਕਿਹੜੇ ਰੰਗ ਦੀ ਬਿੱਲੀ ਚੰਗੀ ਹੁੰਦੀ ਆ, ਕਿਹੜੇ ਰੰਗ ਦੀ ਬਿੱਲੀ ਮਾੜੀ ਹੁੰਦੀ ਆ। ਕਾਲੀ ਬਿੱਲੀ ਨੂੰ ਹੀ ਕਹਿੰਦੇ ਕਿ ਰਸਤਾ ਅਗਰ ਕਾਲੀ ਬਿੱਲੀ ਕੱਟੇ ਉਹ ਨੁਕਸਾਨ ਕਰਦੀ ਹੈ। ਅੱਛਾ, ਮੈਨੂੰ ਤਾਂ ਕਿਸੇ ਨੇ ਕਿਹਾ ਸੀ ਕਾਲੀ ਬਿੱਲੀ ਚੰਗੀ ਹੁੰਦੀ। ਮੈਨੂੰ ਕਿਸੇ ਨੇ ਆ ਦੱਸਿਆ ਕਿ ਕਾਲੀ ਬਿੱਲੀ ਜੇ ਰਸਤਾ ਕੱਟੇ ਤਾਂ ਨੁਕਸਾਨ ਕਰਦੀ ਆ। ਪ੍ਰੋਗਰਾਮ ਹਾਜ਼ਰ ਜਵਾਬ ਆਪਣਾ ਚੱਲ ਰਿਹਾ ਬਿੱਲੀ ਜੀ ਤੋਂ ਬਾਅਦ। ਹੁਣ ਆਪਾਂ ਅਗਲੇ ਵਹਿਮ ਭਰਮ ਦੀ ਗੱਲ ਕਰਦੇ ਹਾਂ। ਆਦਰ ਸਤਿਕਾਰ ਨਾਲ ਤੁਸੀਂ ਕਹਿ ਰਹੇ ਹੋ, ਕਿਉਂਕਿ ਬਿੱਲੀ ਜੀ ਬੜੇ ਕਿਊਟ ਵੀ ਹੁੰਦੇ ਆ। ਤੁਹਾਨੂੰ ਸੱਚ ਬਿੱਲੀ ਤੋਂ ਮੈਨੂੰ ਇੱਕ ਹੋਰ ਗੱਲ ਬਿੱਲੀ ਦੀ ਯਾਦ ਆਈ। ਤੁਹਾਨੂੰ ਪਤਾ, ਅਸੀਂ ਤਾਂ ਇਹ ਜਾਣਦੇ ਹਾਂ ਕਿ ਭੁੱਖਾ ਚਾਹੇ ਇਨਸਾਨ ਹੋਵੇ ਚਾਹੇ ਕੋਈ ਪਸ਼ੂ ਪਕਸ਼ੀ ਹੋਵੇ, ਭੁੱਖੇ ਨੂੰ ਅੰਨ ਦੇਣਾ ਬਹੁਤ ਪੁੰਨ ਦਾ ਕੰਮ ਹੁੰਦਾ। ਕਈ ਲੋਕ ਇਹ ਵੀ ਮੰਨਦੇ ਨੇ ਕਿ ਜਿਹੜਾ ਡੌਗ ਆ ਉਸ ਨੂੰ ਰੋਟੀ ਪਾ ਦੇਈਦੀ ਆ, ਬਿੱਲੀ ਨੂੰ ਰੋਟੀ ਨਹੀਂ ਪਾਈਦੀ। ਅੱਛਾ, ਬਹੁਤ ਲੋਕਾਂ 'ਚ ਕਈਆਂ 'ਚ ਵਹਿਮ ਹੈ ਆਪਣੇ ਕਿ ਜਿਹੜੀ ਬਿੱਲੀ ਆ ਉਹ ਸੁੱਖ ਨਹੀਂ ਮੰਗਦੀ। ਬਜ਼ੁਰਗ ਕਹਿੰਦੇ ਹੁੰਦੇ ਸੀ, ਬਿੱਲੀ ਕਹਿੰਦੀ ਹੁੰਦੀ ਸੀਗੀ ਨਹੀਂ ਤੇਰੀਆਂ ਰਸੋਈ ਦੀਆਂ ਸਾਰੀਆਂ ਰੋਟੀਆਂ ਮੇਰੀਆਂ ਹੀ ਹੋ ਜਾਣ, ਤੂੰ ਨਾ ਰਵੇਂ। ਤੇ ਜਿਹੜਾ ਡੌਗ ਆ ਉਹ ਦਰਵੇਸ਼ ਆ, ਉਹ ਕਹਿੰਦਾ ਹੁੰਦਾ ਤੁਹਾਡੀ ਰਸੋਈ ਵੱਧਦੀ ਫੁੱਲਦੀ ਰਵੇ। ਤੇ ਤੁਸੀਂ ਨੋ ਡਾਊਟ, ਮੈਨੂੰ ਤਾਂ ਲੱਗਦਾ ਹੁੰਦਾ ਪੁੰਨ ਤਾਂ ਵੀ ਬਿੱਲੀ ਦਾ ਵੀ ਲੱਗਦਾ ਹੋਊਗਾ। ਉਹ ਵੀ ਇੱਕ ਜਾਨਵਰ ਹੈ, ਜੀਵ ਹੈ। ਹਾਂ, ਔਰ ਪੁੰਨ ਲੱਗੇ ਨਾ ਲੱਗੇ, ਅਸੀਂ ਤਾਂ ਮਤਲਬ ਕਿ ਫਲ ਦੀ ਇੱਛਾ ਕੀ ਕਰਨੀ ਹੈ ਹਨਾ, ਅਸੀਂ ਤਾਂ ਆਪਣਾ ਕਰਮ ਕਰਨਾ। ਸੋ ਇਹ ਵੀ ਵਹਿਮ ਮੰਨਿਆ ਜਾਂਦਾ। ਅੱਛਾ, ਅਗਰ ਉਹੀ ਵਾਲੀ ਬਿੱਲੀ ਅਗਰ ਕਿਸੇ ਦੇ ਘਰ ਉਹ ਕਹਿੰਦੇ ਨਾ ਉਹ ਦੇ ਜਾਂਦੀ ਹੈ, ਪਤਾ ਨਹੀਂ ਕੀ ਆਪਣੇ ਬਲੂੰਗੜੇ ਤੋਂ ਪਹਿਲਾਂ ਆਪਣੇ ਬੇਬੀ ਮੀਨਸ ਬਲੂੰਗੜੇ ਤੋਂ ਪਹਿਲਾਂ ਕੋਈ ਚੀਜ਼ ਛੱਡ ਕੇ ਜਾਂਦੀ ਆ ਔਰ ਉਹ ਉਹਨੂੰ ਕਹਿੰਦੇ ਜਿਹਦੇ ਘਰ 'ਚ ਹੁੰਦਾ ਉਹਦੇ ਘਰ 'ਚ ਪੈਸਾ ਹੋ ਜਾਂਦਾ। ਅੱਛਾ ਜੀ, ਕਰੀਏ ਫਿਰ ਪੰਜਾਬ ਦੀਆਂ ਬਿੱਲੀਆਂ ਇਕੱਠੀਆਂ। ਔਰ ਕਹਿੰਦੇ ਬਿੱਲੀ ਬਹੁਤ ਰੇਅਰ ਹੈ ਕਿਸੇ ਦੇ ਘਰ 'ਚ ਏਦਾਂ ਕਰਦੀ ਹੋਵੇ, ਕਿਉਂਕਿ ਜਦੋਂ ਕੋਈ ਬਲੂੰਗੜਾ ਪੈਦਾ ਕਰਦੀ ਉਸ ਤੋਂ ਪਹਿਲਾਂ ਉਹਨੂੰ ਖਾ ਜਾਂਦੀ ਉਸ ਚੀਜ਼ ਨੂੰ। ਤੇ ਜੇ ਉਹ ਕਿਸੇ ਦੇ ਘਰ ਉਹ ਚੀਜ਼ ਹੈ ਕਿਹੜੀ ਜਿਹੜੀ ਪਹਿਲਾਂ ਰੱਖਦੀ, ਨਾਮ ਨਹੀਂ ਯਾਦ ਆ ਰਿਹਾ। ਉਹਦੇ ਬਲੂੰਗੜੇ ਤੋਂ ਪਹਿਲਾਂ ਹੀ ਉਹ ਚੀਜ਼ ਹੁੰਦੀ ਆ। ਹੁਣ ਮੈਨੂੰ ਜਿਵੇਂ ਇੱਕ ਸੱਪ ਦੀ ਨਹੀਂ ਉਤਰਦੀ ਹੁੰਦੀ, ਖਾਲ ਉਤਰਦੀ ਕਹਿੰਦੇ ਨੇ ਆਪਾਂ, ਕੰਜ ਕਹਿੰਦੇ ਆ, ਉਦਾਂ ਹੀ ਇੱਕ ਬਿੱਲੀ ਦੀ ਵੀ ਕੋਈ ਚੀਜ਼ ਹੁੰਦੀ ਹੈ। ਔਰ ਉਹ ਜਿਹਦੇ ਘਰ 'ਚ ਵਿੱਚ ਬਿੱਲੀ ਏਦਾਂ ਕਰੇ ਤੇ ਉਹਦੇ ਘਰ 'ਚ ਕਹਿੰਦੇ ਬਹੁਤ ਪੈਸਾ ਆਉਂਦਾ, ਮਾਲਾ ਮਾਲ। ਉਦੋਂ ਬਿੱਲੀ ਲੋਕਾਂ ਦੀ ਬਹੁਤ ਚੰਗੀ ਲੱਗਦੀ ਆ। ਇਹ ਵਹਿਮ ਭਰਮ ਤੁਸੀਂ ਆਪਣੇ ਘਰਾਂ 'ਚ ਬਿਲਕੁਲ ਨਹੀਂ ਕਰਨੇ। ਅਸੀਂ ਤਾਂ ਉਹ ਗੱਲਾਂ ਕਰ ਰਹੇ ਹਾਂ ਜੋ ਵਹਿਮ ਤੋਂ ਵਿਸ਼ਵਾਸ ਬਣਦੇ ਨੇ। ਅਸਲ ਦੇ ਵਿੱਚ ਵਹਿਮ ਤੋਂ ਵਿਸ਼ਵਾਸ ਬਣਦਾ ਕਿਵੇਂ ਹੈ? ਜਦੋਂ ਕੋਈ ਚੀਜ਼ ਸਾਡੀ ਜ਼ਿੰਦਗੀ 'ਚ ਹੁੰਦੀ ਹੈ ਨਾ, ਮੰਨ ਲਓ ਸਾਡੇ ਅੰਦਰ ਵਹਿਮ ਆ, ਬਿੱਲੀ ਨੇ ਰਾਹ ਕੱਟਿਆ, ਕੁਝ ਮਾੜਾ ਹੋਣਾ। ਜੇ ਉਹ ਮਾੜਾ ਹੋ ਗਿਆ, ਉਹ ਸਦਾ ਲਈ ਸਾਡਾ ਵਿਸ਼ਵਾਸ ਬਣ ਜਾਊਗਾ। ਜੇ ਕੁਝ ਨਹੀਂ ਹੋਇਆ, ਅਸੀਂ ਆਪਣਾ ਮਾਈਂਡ ਹੀ ਇੰਨਾ ਸਟਰੋਂਗ ਕਰ ਲਿਆ ਤੇ ਫਿਰ ਅਸੀਂ ਕਹਿਣਾ ਇਹ ਚੀਜ਼ਾਂ ਨਹੀਂ ਹੁੰਦੀਆਂ। ਜਿਹੜੇ ਲੋਕਾਂ ਨਾਲ ਉਹ ਚੀਜ਼ ਹੋ ਜਾਂਦੀ ਆ, ਉਸ ਚੀਜ਼ ਨੂੰ ਲੈ ਕੇ ਵਹਿਮ ਬਣ ਜਾਂਦੇ ਆ। ਤੁਸੀਂ ਸੱਪ ਦੀ ਸਕਿਨ ਦੀ ਗੱਲ ਕੀਤੀ, ਮੈਂ ਇੱਕ ਆਪਣੇ ਬਚਪਨ ਦੇ ਵਿੱਚ ਏਦਾਂ ਦਾ ਕੰਮ ਕੀਤਾ ਹੋਇਆ, ਮਤਲਬ ਬਾਅਦ 'ਚ
ਡਾਂਟ ਤਾਂ ਪੈਣੀ ਸੀ ਹਨਾ, ਪਰ ਤੁਸੀਂ ਛੋਟੇ ਹੁੰਦੇ ਹੋ, ਇਹ ਚੀਜ਼ ਕਿਸੇ ਨੇ ਘਰੇ ਨਹੀਂ ਕਰਨੀ ਕਿਉਂਕਿ ਉਹਦੀ ਸਕਿਨ 'ਚ ਵੀ ਹੋ ਸਕਦਾ, ਆਖਰ ਇੰਨਾ ਜ਼ਹਿਰੀਲਾ ਜਾਨਵਰ ਆ। ਮੈਨੂੰ ਨਾ ਗਲੀ ਚੋਂ ਨਾ ਕਿਤੇ ਉਹਦੀ ਉਹ ਸਕਿਨ ਛੋਟੀ ਜੀ ਮਿਲੀ ਪਈ ਹੋਈ, ਹਾਂ ਮੈਂ ਖੁਸ਼ ਹੋ ਗਈ ਕਿਉਂਕਿ ਸਾਡੇ ਬੱਚਿਆਂ ਦੇ ਵਿੱਚ ਰੌਲਾ ਹੁੰਦਾ ਸੀ, ਜਿਹੜਾ ਇਹਨੂੰ ਆਪਣੀ ਕਿਤਾਬ 'ਚ ਰੱਖਦਾ ਉਹਦੇ ਨੰਬਰ ਬਹੁਤ ਆਉਂਦੇ, ਜਿਹੜਾ ਇਹਨੂੰ ਆਪਣੀ ਕਿਤਾਬ 'ਚ ਰੱਖਦਾ ਉਹਦੇ ਨੰਬਰ ਬਹੁਤ ਆਉਂਦੇ। ਤੇ ਮੈਂ ਨਾ ਆਪਣੀ ਜੇਬ 'ਚ ਪਾ ਲਈ, ਕਿਤਾਬ 'ਚ ਵੀ ਨਹੀਂ, ਸਿੱਧੀ ਜੇਬ 'ਚ ਪਾ ਲਈ ਕਿ ਸਾਰੀ ਪੜ੍ਹਾਈ ਮੈਨੂੰ ਹੀ ਆ ਜਾਵੇ। ਸੋ ਅਚਾਨਕ ਮੇਰੇ ਕਿਸੇ ਨਾਲ ਦੇ ਬਜ਼ੁਰਗ ਬੀਬੀ ਜੀ ਨੇ ਦੇਖ ਲਈ ਹਨਾ, ਤੇ ਮੈਂ ਕਿਹਾ ਦੇ ਹੁਣ ਮੈਨੂੰ ਪੜ੍ਹਨਾ ਆ ਜਾਣਾ, ਮੇਰੇ ਨੰਬਰ ਜ਼ਿਆਦਾ ਆਉਣੇ। ਉਹ ਮਤਲਬ ਹੁਣ ਮੈਂ ਕੀ ਦੱਸਾਂ, ਟੀਵੀ ਸਕਰੀਨ ਤੇ ਐਦਾਂ ਦੀ ਲੈਂਗੁਏਜ ਡਾਂਟ ਪਈ ਮੈਨੂੰ। ਫਿਰ ਮੈਂ ਫਟਾਫਟ ਉਸਨੂੰ ਪਾਣੀ ਦੇ ਵਿੱਚ ਰੱਖ ਦਿੱਤਾ। ਸੋ ਤੁਹਾਨੂੰ ਪਤਾ ਨਹੀਂ ਹੁੰਦਾ, ਕਈ ਵਾਰੀ ਅਸੀਂ ਉੱਦਾਂ ਹੀ ਬੱਚਿਆਂ ਤੋਂ ਗੱਲਾਂ ਸੁਣਦੇ ਰਹਿੰਦੇ ਆ, ਸਾਨੂੰ ਉਹਨਾਂ ਦੇ ਲੌਜਿਕ ਨਹੀਂ ਪਤਾ ਹੁੰਦੇ ਕੀ ਹੁੰਦੇ ਨੇ ਜ਼ਿੰਦਗੀ 'ਚ ਸਾਡਾ। ਹੁਣ ਉਹਨੂੰ ਕਿਤੇ ਮਾੜੀ ਮੋਟੀ ਜ਼ਹਿਰ ਜੂਰ ਲੱਗੀ ਹੁੰਦੀ, ਕਿੰਨਾ ਨੁਕਸਾਨ ਆ। ਮੋਰ ਦੇ ਖੰਭ ਰੱਖ ਕੇ ਵੀ ਪਾਸ ਹੋਏ ਹੋ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਹਾਜ਼ਰ ਜਵਾਬ, ਤੇ ਅੱਜ ਅਸੀਂ ਗੱਲ ਬੜੀ ਵਧੀਆ ਕਰ ਰਹੇ ਹਾਂ ਵਹਿਮਾਂ ਭਰਮਾਂ ਦੀ। ਤੇ ਇਸ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਕਿ ਕਿਤਾਬ ਦੇ ਵਿੱਚ ਮੋਰ ਪੰਖ ਕਦੀ ਰੱਖਿਆ, ਤੁਸੀਂ ਮੈਨੂੰ ਪੁੱਛ ਰਹੇ ਸੀਗੇ। ਮੋਰ ਪੰਖ ਮੈਂ ਬਹੁਤ ਵਾਰ ਰੱਖਿਆ, ਮੈਨੂੰ ਲੱਗਦਾ ਹਲੇ ਵੀ ਮੇਰੀ ਕੁਝ ਕਿਤਾਬਾਂ ਦੇ ਵਿੱਚ ਮੋਰ ਪੰਖ ਹੋਏਗਾ, ਕਿਉਂਕਿ ਪਹਿਲਾਂ ਤਾਂ ਚਲੋ ਇੱਕ ਵਹਿਮ ਸੀਗਾ, ਚੰਗੇ ਨੰਬਰ ਲੈ ਕੇ ਆਣੇ ਸੀ, ਟੋਪ ਕਰਨਾ ਹੁੰਦਾ ਸੀ ਨਾ, ਆਪਾਂ ਤਾਂ ਬਹੁਤ ਜ਼ਿਆਦਾ, ਚਾਹੇ ਨਾ ਵੀ ਕੀਤਾ ਹੋਵੇ ਪਰ ਫਿਰ ਵੀ ਇੱਕ ਹੁੰਦਾ ਨਾ ਮਨ ਦੇ ਵਿੱਚ ਕਿ ਨਹੀਂ ਅਸੀਂ ਵੀ ਚੰਗੇ ਨੰਬਰ ਲੈ ਕੇ ਆਈਏ। ਇਸ ਤੋਂ ਇਲਾਵਾ ਇੱਕ ਹੋਰ ਪੇੜ ਹੁੰਦਾ ਸੀ, ਉਹਦੇ ਵੀ ਪੱਤੇ ਅਸੀਂ ਬਹੁਤ ਰੱਖਦੇ ਸੀ, ਆਈ ਥਿੰਕ ਉਹਨੂੰ ਅਸ਼ੋਕਾ ਟਰੀ ਕਹਿੰਦੇ ਨੇ, ਤੇ ਉਹਦੇ ਵੀ ਪੱਤੇ ਬਹੁਤ ਜ਼ਿਆਦਾ ਰੱਖੇ ਸੀ, ਕਿਉਂਕਿ ਕਹਿੰਦੇ ਸੀ ਇੰਨਾ ਵਿੱਦਿਆ ਪੜ੍ਹਾਈ ਆਉਂਦੀ ਹੈ, ਵਿੱਦਿਆ ਪੜ੍ਹਾਈ ਨਹੀਂ। ਇੱਕ ਵਿੱਦਿਆ ਪੜ੍ਹਾਈ ਵਾਲਾ ਬੂਟਾ ਹੀ ਹੁੰਦਾ ਸੀ ਜਿਹੜਾ ਤਿੱਖਾ ਕ੍ਰਿਸਮਸ ਟਰੀ ਵਰਗਾ ਹੁੰਦਾ। ਉਹੀ ਵਾਲਾ ਕਹਿਣਾ ਚਾਹੁੰਦੀ ਓਕੇ ਨਹੀਂ, ਉਹ ਅਸ਼ੋਕਾ ਟਰੀ ਨਹੀਂ, ਉਹ ਵਿੱਦਿਆ ਪੜ੍ਹਾਈ ਵਾਲਾ ਹੀ ਬੂਟਾ ਗਈ ਨਾ। ਉਹਦਾ ਦਿਲ ਕਰਦਾ ਸੀ ਸਾਰਾ ਦਾ ਸਾਰਾ ਬੂਟਾ ਆਪਣੇ ਘਰ ਜਾ ਕੇ ਲਾ ਲਈਏ, ਬੂਟਾ ਹੀ ਬੈਗ 'ਚ ਪਾ ਕੇ ਲੈ ਜਾਓ। ਅੱਛਾ ਸੋਚੋ, ਅਗਰ ਏਦਾਂ ਹੀ ਬੂਟਿਆਂ ਦੇ ਨਾਲ ਸਾਨੂੰ ਪੜ੍ਹਾਈ ਆਣੀ ਹੁੰਦੀ ਤੇ ਅਸੀਂ ਇੰਨੀ ਮਿਹਨਤ ਕਿਉਂ ਕਰਦੇ, ਅਸੀਂ ਜੰਗਲ 'ਚ ਹੀ ਬੈਠੇ ਰਹਿੰਦੇ। ਸਹੀ ਕਿਹਾ, ਪੇਪਰ ਆਪੇ ਦੇ ਹੋ ਜਾਂਦੇ, ਇੱਕ ਬੂਟਾ ਨਾਲ ਲੈ ਕੇ ਜਾਂਦੇ ਕਲਾਸ, ਐਗਜ਼ਾਮੀਨੇਸ਼ਨ ਹਾਲ 'ਚ ਬੂਟਾ ਇੱਥੇ ਰੱਖਿਆ, ਆਪਾਂ ਪੇਪਰ ਦੇ ਰਹੇ ਆ। ਗਮਲਾ ਹੀ ਬੱਚੇ ਬੈਗ ਦੀ ਜਗ੍ਹਾ ਨਾਲ ਹਨਾ, ਐਗਜ਼ਾਮੀਨਰ ਜਿਹੜਾ ਉਹਨੇ ਚੈੱਕ ਕਰੀਏ ਕਿਉਂ ਲੈ ਕੇ ਆਏ ਹੋ, ਇੰਨਾ ਪੜ੍ਹਾਈ ਆਉਂਦੀ ਜੀ, ਗਮਲਾ ਹੀ ਲੈ ਆਏ। ਸ਼ੁਕਰ ਕਰੋ ਮੋਰ ਪਾਲੇ ਨਹੀਂ ਜਾਂਦੇ, ਨਹੀਂ ਤਾਂ ਲੋਕਾਂ ਨੂੰ ਮੋਰ ਪਾਲਣ ਲੱਗ ਜਾਣੇ ਸੀ, ਪੜ੍ਹਾਈ ਆਉਂਦੇ ਲਈ। ਪੜ੍ਹਾਈ ਹੁੰਦੇ ਨੇ, ਮੋਰ ਤਾਂ ਕੀ ਪਾਲਣਾ ਸੀ, ਵਿਚਾਰੇ ਦਾ ਕੋਈ ਖੰਭ ਹੀ ਨਹੀਂ ਸੀ ਉੱਗਣ ਦੇਣਾ। ਸਹੀ ਕਹਿ ਰਹੇ ਹੋ। ਵੈਸੇ ਮੋਰ ਦਾ ਪੰਖ ਹਰ ਚੀਜ਼ ਲਈ ਬਹੁਤ ਵਧੀਆ ਹੁੰਦਾ, ਪੋਜ਼ਿਟਿਵਿਟੀ ਲੈ ਕੇ ਆਉਂਦਾ ਨਾ, ਜਿੰਨੀ ਮਰਜ਼ੀ ਆਪਾਂ ਕੋਈ ਵੀ ਧਾਰਮਿਕ ਚੀਜ਼ ਜਾਂ ਕੋਈ ਵੀ ਰਿਲੀਜੀਅਸ ਚੀਜ਼ ਜਾਂ ਫਿਰ ਆਪਣੇ ਆਪ ਨੂੰ ਪੋਜ਼ਿਟਿਵ ਕਰਨਾ ਹੋਵੇ, ਉਦੋਂ ਕਹਿੰਦੇ ਚਲੋ ਮੋਰ ਦੇ ਪੰਖ ਆਪਣੇ ਕੋਲ ਰੱਖੋ। ਸੋ ਇਹ ਧਾਰਨਾ ਇਹ ਸੀਗੀ ਕਿ ਜਦੋਂ ਤੁਸੀਂ ਪੜ੍ਹਾਈ ਕਰਦੇ ਹੋ ਤੇ ਮੋਰ ਦਾ ਪੰਖ ਕੋਲ ਰੱਖੋ, ਕਿਉਂਕਿ ਉਹਦੇ ਨਾਲ ਪੋਜ਼ਿਟਿਵਿਟੀ ਆਉਂਦੀ ਹੈ। ਬਟ ਇਹ ਨਹੀਂ ਸੀਗਾ ਕਿ ਮੋਰ ਦਾ ਪੰਖ ਕੋਲ ਰੱਖੋ ਕਿ ਤੁਹਾਨੂੰ ਪੜ੍ਹਾਈ ਆਉਂਦੀ ਹੈ ਔਰ ਨੰਬਰ ਆਉਂਦੇ ਆ। ਮੈਨੂੰ ਯਾਦ ਹੈ ਕਿ ਜਦੋਂ ਕਿਤੇ ਜਾਣਾ ਨਾ ਘੁੰਮਣ, ਤੇ ਉੱਥੇ ਜੇ ਕਿਤੇ ਪੀਕੌਕ ਹੋਣੇ ਤੇ ਉਡੀਕੀ ਜਾਣਾ ਕਦੋਂ ਕੋਈ ਮੋਰ ਦਾ ਖੰਭ ਮਿਲ ਜੇ, ਸਾਨੂੰ ਪੜ੍ਹਾਈ ਆ ਜਾਏ, ਕਦੋਂ ਕੋਈ ਮੋਰ ਦਾ ਖੰਭ ਮਿਲ ਜਾਏ। ਐਕਚੁਅਲੀ ਜਿਹੜੇ ਮੋਰ ਦੇ ਖੰਭ ਆ ਉਹ ਦੇਖਣ ਨੂੰ ਵੀ ਦੇਖੋ ਕਿੰਨੇ ਸੋਹਣੇ ਆ, ਔਰ ਬਾਰ-ਬਾਰ ਆਪਾਂ ਪੜ੍ਹਦੇ ਹਾਂ ਕਿ ਲੀਜ਼ਰਡਸ ਨੂੰ ਭਜਾਉਣ ਦੇ ਵਿੱਚ ਵੀ ਉਹ ਬਹੁਤ ਜ਼ਿਆਦਾ ਹੈਲਪ ਕਰਦੇ ਆ ਜਿਹਨਾਂ ਘਰਾਂ ਦੇ ਵਿੱਚ। ਸੋ ਇੱਕ ਨੈਚੁਰਲ ਪੋਜ਼ਿਟਿਵਿਟੀ ਵੀ ਦਿੰਦੇ ਆ, ਔਰ ਪੀਕੌਕ ਸੋਹਣਾ ਵੀ ਇੰਨਾ ਹੁੰਦਾ। ਪਰ ਮੈਨੂੰ ਇੱਕ ਗੱਲ ਯਾਦ ਆ ਰਹੀ ਆ, किसी की सुंदरता के पीछे मत लगो, किसी को देख के अंदाज़ा मत लगाओ, कौन कहता होगा कि मोर सांप खाते हैं। सो ਅਸੀਂ ਕਈ ਵਾਰੀ ਨਹੀਂ ਜਾਣਦੇ, ਸਾਨੂੰ ਦੇਖ ਕੇ ਚੀਜ਼ਾਂ ਸੋਹਣੀਆਂ ਲੱਗਦੀਆਂ ਨੇ। ਇੱਦਾਂ ਹੀ ਵਹਿਮ ਭਰਮ ਨੇ ਸਾਡੀ ਜ਼ਿੰਦਗੀ ਦੇ ਵਿੱਚ, ਅਸਲੀਅਤ ਕੁਝ ਹੋਰ ਹੁੰਦੀ ਹੈ, ਅਸੀਂ ਬਣਾਇਆ ਕੁਝ ਹੋਰ ਹੁੰਦਾ ਆ। ਹੁਣ ਮਨੀ ਪਲਾਂਟ ਹੈ, ਉਹਨੂੰ ਬਹੁਤ ਸਾਰੇ ਐਸਟ੍ਰੋਲੋਜਰ ਚਲੋ ਮੰਨਦੇ ਨੇ, ਐਸਟ੍ਰੋਲੋਜਰਸ ਦੀ ਗੱਲ ਵੱਖਰੀ ਹੈ ਕਿ ਇਹਨਾਂ ਦੀਆਂ ਕੀ ਫਾਇਦੇ ਹੋਣਗੇ ਕੀ ਹੋਣਗੇ, ਪਰ ਜਦੋਂ ਉਹਨੂੰ ਸਾਇੰਟੀਫਿਕਲੀ ਪੜ੍ਹਿਆ ਜਾਏ ਤਾਂ ਮਨੀ ਪਲਾਂਟ ਆਕਸੀਜਨ ਦਾ ਇੱਕ ਬਹੁਤ ਵੱਡਾ ਸਰੋਤ ਹੈ, ਬਹੁਤ ਵੱਡਾ, ਜਿਸ ਦੇ ਲਈ ਘਰ 'ਚ ਪੋਜ਼ਿਟਿਵਿਟੀ ਜ਼ਿਆਦਾ ਰਹਿੰਦੀ ਆ, ਫਰੈਸ਼ ਏਅਰ ਜ਼ਿਆਦਾ ਰਹਿੰਦੀ ਆ। ਸੋ ਮਨੀ ਪਲਾਂਟ ਦਾ ਨਾਂ ਉਹ ਆਕਸੀਜਨ ਮਨੀ ਆ, ਪੋਜ਼ਿਟਿਵ ਮਨੀ ਆ। ਆਕਸੀਜਨ ਲੋਕੀ ਸਮਝਦੇ ਸ਼ਾਇਦ ਪੈਸਿਆਂ ਦਾ ਪੇੜ ਪੌਦਾ ਹੈ। ਨਹੀਂ, ਐਸਟ੍ਰੋਲੋਜਰਸ ਦੀ ਨਿਗਾਹ 'ਚ ਕੁਝ ਹੋਰ ਹੈ, ਮੈਂ ਥੋੜਾ ਹੋਰ ਨਿਗਾਹ ਦੇ ਨਾਲ ਦੱਸ ਰਹੀ ਹਾਂ। ਬੈਂਬੂ ਵੀ ਦੇਖ ਲਓ। ਸੁਰਭੀ, ਮੇਰੀ ਗੱਲ ਤੋਂ ਪਹਿਲਾਂ ਤੁਸੀਂ ਕੋਈ ਗੱਲ ਕਰਨ ਲੱਗੇ ਸੀ, ਫਿਰ ਆਪਾਂ ਕੁਝ ਹੋਰ ਕਰਨ ਲੱਗ ਗਏ, ਹੁਣ ਤੁਸੀਂ ਗੱਲ ਕਰੋ। ਹਾਂਜੀ, ਮੈਂ ਉਹੀ ਗੱਲ ਕਰ ਰਹੀ ਸੀ ਮਨੀ ਪਲਾਂਟ ਦੀ, ਕਿ ਤੁਸੀਂ ਆਪਣੇ ਵੇ ਨਾਲ ਦੱਸਿਆ, ਬਟ ਕਈ ਲੋਕ ਇਦਾਂ ਮੰਨਦੇ ਕਿ ਮਨੀ ਪਲਾਂਟ ਲਗਾਉਣ ਨਾਲ ਪੈਸੇ ਆਉਂਦੇ ਨੇ। ਉਹਦੇ ਵਿੱਚ ਵੀ ਅਲੱਗ-ਅਲੱਗ ਤਰੀਕਾ ਹੈ। ਜੇ ਮਨੀ ਪਲਾਂਟ ਨੂੰ ਨੀਚੇ ਤਰੀਕੇ ਨਾਲ ਲਟਕਾਇਆ ਫਿਰ ਪੈਸੇ ਆਉਂਦੇ, ਜੇ ਉਹਨੂੰ ਉੱਪਰਲੇ ਪਾਸੇ ਜਾਂਦੇ ਤੇ ਫਿਰ ਪੈਸੇ ਆਉਂਦੇ। ਮੈਨੂੰ ਸਮਝ ਨਹੀਂ ਆਇਆ ਅੱਜ ਤੱਕ ਕਿ ਕਦੇ ਵੀ ਮਨੀ ਪਲਾਂਟ ਇਹ ਦੱਸਦਾ ਹੈ ਕਿ ਜਦੋਂ ਉਹਨੂੰ ਨੀਚੇ ਤਰ੍ਹਾਂ ਮਤਲਬ ਉਹਦੀ ਬੇਲਾਂ ਲਟਕਾਈਆਂ ਜਾਂਦੇ ਉਦੋਂ ਤੁਹਾਡੇ ਕੋਲ ਬਹੁਤ ਪੈਸਾ ਆਉਂਦਾ ਹੈ, ਤੇ ਕਈ ਕਹਿੰਦੇ ਕਿ ਉਹਦੀਆਂ ਬੇਲਾਂ ਨੂੰ ਉੱਪਰ ਹੀ ਤਰੀਕੇ ਨਾਲ ਲਟਕਾਈਆਂ ਜਾਂਦੇ ਬਹੁਤ ਪੈਸਾ। ਮੈਂ ਤਾਂ ਇਹੀ ਪੜਿਆ ਕਿ ਉੱਪਰ ਨੂੰ ਕਰਨੀ ਚਾਹੀਦੀ, ਐਕਚੁਅਲੀ ਉਹਦੀ ਲੈਂਥ ਵੀ ਵੱਡੀ ਹੁੰਦੀ ਹੈ। ਹੁਣ ਬੈਂਬੂ ਵੀ ਜਿਹੜਾ ਬਹੁਤ ਜ਼ਿਆਦਾ ਆਕਸੀਜਨ ਦਾ ਸਰੋਤ ਆ, ਔਰ ਉਹਨੂੰ ਤੁਸੀਂ ਨਾਰਮਲ ਵਾਟਰ ਦੇ ਵਿੱਚ ਪਾ ਕੇ ਵੀ ਰੱਖੋਗੇ ਅੱਛਾ ਲੱਗੂਗਾ। ਸੋ ਵਹਿਮ ਤਾਂ ਸਾਡੀ ਜ਼ਿੰਦਗੀ 'ਚ ਬਹੁਤ ਨੇ। ਹੁਣ ਤੁਸੀਂ ਇਹ ਦੇਖ ਲਓ, ਕਹਿ ਦਿੰਦੇ ਰਾਤ ਨੂੰ ਝਾੜੂ ਨਹੀਂ ਫੇਰੀਦਾ, ਝਾੜੂ ਨਹੀਂ ਫੇਰੀਦਾ। ਇਹਦਾ ਕਾਰਨ ਕੀ ਹੈ?
ਪੁਰਾਣੇ ਸਮਿਆਂ ਦੇ ਦੌਰਾਨ ਲਾਈਟ ਨਹੀਂ ਸੀ ਹੁੰਦੀ, ਸੋ ਰਾਤ ਨੂੰ ਜਦੋਂ ਤੁਸੀਂ ਝਾੜੂ ਫੇਰਦੇ ਹੋ ਕੋਈ ਜ਼ਰੂਰੀ ਚੀਜ਼ ਬਾਹਰ ਜਾ ਸਕਦੀ ਹੈ ਸਹੀ ਤਰੀਕੇ ਦੇ ਨਾਲ। ਜਦੋਂ ਮੰਨ ਲਓ ਘਰੇ ਝਾੜ ਹੋਇਆ ਹੁੰਦਾ, ਮੀਂਹ ਆਉਣ ਵਾਲਾ ਹੁੰਦਾ, ਆਪਾਂ ਟਿਊਬ ਲਾਈਟ ਔਨ ਕਰਕੇ ਝਾੜੂ ਫੇਰੀਦਾ ਕਿ ਚੰਗੀ ਤਰ੍ਹਾਂ ਕੂੜਾ ਦਿਖ ਜਾਏ, ਕੁਝ ਬਾਹਰ ਨਾ ਚਲਿਆ ਜਾਏ। ਸੋ ਇੱਕ ਆ ਰੀਜ਼ਨ ਹੈ, ਲਾਈਟ ਹੀ ਨਹੀਂ ਆ, ਰਾਤ ਨੂੰ ਸਫਾਈ ਕਰਨੀ ਕਿੱਦਾਂ ਸੀ? ਉਹ ਆਪਣਾ ਇੱਕ ਉਸ ਟਾਈਮ ਦਾ ਜਿਹੜਾ ਲੌਜਿਕ ਸੀ ਉਹ ਆਪਣਾ ਵਹਿਮ ਬਣ ਗਿਆ ਔਰ ਅੱਜ ਤੱਕ ਉਹ ਵਹਿਮ ਚੱਲਦੇ ਆ ਰਹੇ ਨੇ। ਮੈਨੂੰ ਲੱਗਦਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਚੀਜ਼ ਦੇ ਨਾਲ ਵਹਿਮ ਜੁੜਿਆ ਹੋਇਆ, ਚਾਹੇ ਉਹ ਸਵੇਰੇ ਉੱਠਣਾ ਹੈ ਨਾ, ਚਾਹੇ ਉਹ ਸੋਣਾ ਹੈ ਜਾਂ ਫਿਰ ਕਿਤੇ ਜਾਣਾ ਆਣਾ, ਹਰ ਇੱਕ ਚੀਜ਼ ਤੇ ਇੱਕ ਵਹਿਮ ਜੁੜਿਆ ਹੀ ਹੋਇਆ। ਔਰ ਆਪਾਂ ਚਲੋ ਅੱਜ ਕੱਲ ਦੇ ਟਾਈਮ ਤੇ ਆਪਾਂ ਘੱਟ ਮੰਨਦੇ ਆ, ਆਪਾਂ ਨਹੀਂ ਵਿਸ਼ਵਾਸ ਕਰਦੇ। ਜਿਵੇਂ ਕਹਿੰਦੇ ਜਾਓ ਕਿਤੇ ਕੰਮ ਲਈ ਜਾਓ, ਜਿਵੇਂ ਦਹੀਂ ਖਾ ਕੇ ਜਾਓ, ਬਹੁਤ ਚੰਗਾ ਹੁੰਦਾ ਨਾ, ਉਹਦੇ ਵਿੱਚ ਵੀ ਕੋਈ ਹੋਰ ਰੀਜ਼ਨ ਆ ਪਿੱਛੇ ਕਿ ਤੁਹਾਡੇ ਅੰਦਰ ਇੱਕ ਅਲੱਗ ਚੀਜ਼, ਦਹੀਂ ਕੋਈ ਚੰਗਾ ਕੰਮ ਕਰਦਾ ਤੁਹਾਡੇ ਅੰਦਰ, ਇਸ ਕਰਕੇ ਤੁਹਾਨੂੰ ਖਾ ਕੇ ਜਾਣਾ ਚਾਹੀਦਾ। ਮੈਂ ਤਾਂ ਖਾਂਦੀ ਨਹੀਂ, ਮੈਨੂੰ ਹੁੰਦਾ ਜਾ ਕੇ ਬੋਲਣਾ ਗਲਾ ਨਾ ਖਰਾਬ ਹੋ ਜਾਏ, ਮੇਰਾ ਉਲਟਾ ਹੈ। ਸਹੀ ਕਹਿ ਰਹੇ ਹੋ, ਉਹ ਕਹਿੰਦਾ ਮਿੱਠਾ ਖਾ ਕੇ ਜਾਓ ਉਸ ਤੋਂ ਪਹਿਲਾਂ। ਸੋ ਇਹ ਸਭ ਕੁਝ ਲੌਜਿਕ ਅਲੱਗ ਹੈ ਜਿਵੇਂ ਪੁਰਾਣੇ ਟਾਈਮ ਤੇ ਚੱਲਿਆ। ਤੁਹਾਨੂੰ ਪਤਾ ਜਿਹੜਾ ਮਿੱਠਾ ਆ ਨਾ, ਮੈਨੂੰ ਨਹੀਂ ਪਤਾ ਉਹਨੂੰ ਸਾਇੰਸ ਦੀ ਲੈਂਗੁਏਜ 'ਚ ਕੀ ਕਹਿੰਦੇ ਆ, ਮੈਂ ਕੋਈ ਡਾਕਟਰ ਜਾਂ ਹੈ ਨਾ ਉਹ ਤਾਂ ਹੈ ਨਹੀਂ ਆ, ਪਰ ਤੁਸੀਂ ਦੇਖਿਆ ਕਦੇ ਆਪਾਂ ਨੂੰ ਟੈਨਸ਼ਨ ਹੋਈ ਹੋਵੇ, ਚਾਕਲੇਟ ਖਾਣੇ ਆ, ਵਧੀਆ ਲੱਗਦਾ ਕੁਝ ਆਪਣੀਆਂ ਕ੍ਰੇਵਿੰਗਸ ਜਿਹੜੀਆਂ, ਜੇ ਆਪਾਂ ਨੂੰ ਐਂਗਜ਼ਾਇਟੀ ਹੋਈ ਆ, ਡਾਕਟਰ ਟੌਫੀ ਖਾਣ ਨੂੰ ਕਹਿੰਦੇ, ਇਹਦੇ ਪਿੱਛੇ ਕੋਈ ਲੌਜਿਕ ਆ ਮਿੱਠੇ ਦਾ। ਹੁਣ ਮੈਨੂੰ ਨਹੀਂ ਪਤਾ, ਆਪੇ ਪੜ੍ਹ ਲਿਓ YouTube ਤੋਂ, ਗੂਗਲ ਤੋਂ। ਸੋ ਕਈ ਵਾਰ ਟੌਫੀ ਸਾਨੂੰ ਇਦਾਂ ਹੀ ਮਿਲ ਜਾਂਦੀ, ਸਾਨੂੰ ਬੜਾ ਚੰਗਾ ਲੱਗਦਾ, ਸਾਨੂੰ ਟੌਫੀ ਦਿੱਤੀ ਹੈ ਡਾਕਟਰ ਨੇ, ਕਿਉਂਕਿ ਡਾਕਟਰ ਦਾ ਲੌਜਿਕ ਕੋਈ ਹੋਰ ਹੈ, ਲੇਕਿਨ ਅਸੀਂ ਕੋਈ ਹੋਰ ਲੌਜਿਕ ਲੈ ਜਾਂਦੇ ਆ। ਇਸ ਦੇ ਨਾਲ ਹੀ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਵਹਿਮ ਭਰਮ ਨੇ ਜਿਹੜੇ ਕਿ ਛਿਪਕਲੀ ਵੀ ਕਹਿ ਲਓ। ਮੈਂ ਨੈਟ ਤੇ ਤਾਂ ਯਾਦ ਆਈ ਕਿਉਂਕਿ ਮੈਂ ਹਲੇ ਥੋੜੀ ਦੇਰ ਪਹਿਲਾਂ ਹੀ ਕਿਤੇ ਦੇਖੀ ਸੀਗੀ ਤੇ ਉਹ ਵੀ ਵਹਿਮ ਪੈ ਜਾਂਦਾ ਕਿਤੇ ਉਹ ਡਿੱਗ ਨਾ ਜਾਵੇ। ਸੋ ਲੀਜ਼ਰਡ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਇਦਾਂ ਦੇ ਜੀਵ ਜੰਤੂ ਹੈਗੇ ਆ ਜਿਹੜੇ ਵਿਚਾਰੇ ਬਿਨਾਂ ਗੱਲ ਤੋਂ ਹੀ ਵਹਿਮਾਂ ਦੇ ਵਿੱਚ ਫਸੇ ਹੋਏ ਕਹਿ ਦਿੰਦੇ ਦਿਨੇ ਉੱਲੂ ਦੇਖਣਾ ਨਹੀਂ ਚੰਗਾ ਹੁੰਦਾ, ਤੇ ਵਿਚਾਰਾ ਉਹਨੂੰ ਤਾਂ ਆਪ ਨੂੰ ਨਹੀਂ ਦੀਦਾ ਦਿਨੇ, ਤੇ ਉਹਨੂੰ ਦੇਖ ਕੇ ਸਾਨੂੰ ਕੀ ਹੋ ਜਾਣਾ। ਸੋ ਬਹੁਤ ਸਾਰੇ ਵਹਿਮ ਭਰਮ ਹੈਗੇ ਨੇ, ਸਾਨੂੰ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਆਪਣੇ ਕੰਮ ਤੇ ਹੀ ਅਮਲ ਕਰਨਾ ਚਾਹੀਦਾ। ਇਸ ਦੇ ਨਾਲ ਹੀ ਹੁਣ ਤੁਹਾਡੇ ਤੋਂ ਆਪਾਂ ਇਜਾਜ਼ਤ ਲੈਂਦੇ ਆ ਇਸ ਪ੍ਰੋਗਰਾਮ ਦੇ ਲਈ। ਅਗਲੇ ਪ੍ਰੋਗਰਾਮ ਦੇ ਵਿੱਚ ਆਪਾਂ ਫੇਰ ਹਾਜ਼ਰ ਹੋਵਾਂਗੇ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ, ਸ਼ੁਕਰੀਆ, ਸਤਿ ਸ਼੍ਰੀ ਅਕਾਲ।